ਹਰ ਆਪ ਉਪਾਏ ਹਰ ਆਪੈ ਵੇਖੈ। ਹਰ ਆਪੈ ਕਾਰੇ ਲਾਇਆ ਜੀਉ। ਇਕ ਖਾਵੈ ਬਖਸ਼ ਟੋਟ ਨ ਆਵੈ। ਇਕ ਨਾ ਫੱਕਾ ਪਾਇਆ ਜੀਉ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ। ਜਨ ਨਾਨਕ ਨਾਮ ਧਿਆਇਆ ਜੀਉ। ਜੁਗੋ ਜੁਗ ਅਟਲ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਰਸਨਾ ਨੂੰ ਪਵਿੱਤਰ ਕਰੋ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ ਜੋ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਹੋ। ਸਾਹਿਬਾਂ ਦੀ ਪਾਵਨ ਪਵਿੱਤਰ ਗੁਰਬਾਣੀ ਗੁਰ ਇਤਿਹਾਸ ਆਪ ਜੀਆਂ ਨੇ ਸਰਵਣ ਕੀਤਾ ਹੈ। ਜੋ ਆਪ ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰਮਤਿ ਸਮਾਗਮ ਕਰਵਾ ਰਹੇ ਹੋ, ਧੰਨ ਬਾਬਾ ਬੁੱਢਾ ਜੀ ਤਿਨਾਂ ਨੂੰ ਸਮਰਪਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਪ ਜੀ ਇਲਾਕਾ ਨਿਵਾਸੀਆਂ ਦੇ ਸੰਯੋਗ ਦੇ ਨਾਲ ਨਗਰ ਨਿਵਾਸੀ ਇਕੱਠੇ ਹੋ ਕੇ ਗੁਰਮਤਿ ਸਮਾਗਮ ਕਰਵਾ ਰਹੇ ਹੋ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਵਿੱਚ ਭੱਟ ਸਾਹਿਬਾਨਾਂ ਨੇ ਬੜਾ ਸੁੰਦਰ ਬਿਆਨ ਕੀਤਾ ਹੈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਬਾਬਾ ਬੁੱਢਾ ਜੀ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ। ਆਓ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਜੀਵਨ ਵਿੱਚੋਂ ਕੁਝ ਉਹਨਾਂ ਦਾ ਜੀਵਨ ਜਿਹੜਾ ਆਪ ਨਾਲ ਸਾਂਝਾ ਕਰਾਂ। ਭਾਈ ਗੁਰਦਾਸ ਜੀ ਕਹਿੰਦੇ ਕਿ ਬੈਠਾ ਸੋਢੀ ਪਾਤਸ਼ਾਹ, ਤੇ ਭੱਟ ਸਾਹਿਬਾਨ ਕਹਿੰਦੇ ਕਿ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਗੁਰੂ ਰਾਮਦਾਸ ਪਾਤਸ਼ਾਹ ਨੂੰ ਸੋਢੀ ਕਿਉਂ ਕਿਹਾ ਜਾਂਦਾ ਹੈ? ਮੈਂ ਥੋੜਾ ਜਿਹਾ ਹਵਾਲਾ ਪਹਿਲਾਂ ਇਹ ਦੇਣਾ। ਦੋ ਸ਼ਹਿਰ ਬੜੇ ਮਸ਼ਹੂਰ ਆ ਅੱਜ, ਭਾਵੇਂ ਉਹ ਸਾਡੇ ਦੇਸ਼ ਵਿੱਚ ਨਹੀਂ। ਇੱਕ ਸ਼ਹਿਰ ਜਿਹਦਾ ਨਾਂ ਕਸੂਰ ਹੈ ਤੇ ਦੂਜਾ ਸ਼ਹਿਰ ਜਿਹਦਾ ਨਾਮ ਲਾਹੌਰ ਹੈ। ਇਹ ਦੋ ਰਿਆਸਤਾਂ ਸੀ ਜੋ ਰਾਜੇ ਸੀ, ਪਰ ਇਹਨਾਂ ਰਾਜਿਆਂ ਦੀ ਆਪਸੀ ਬਣਦੀ ਨਹੀਂ ਸੀ। ਕਸੂਰ ਦਾ ਰਾਜਾ ਕਾਲ ਕੇਤ ਹੈ ਤੇ ਲਾਹੌਰ ਦਾ ਰਾਜਾ ਕਾਲ ਰਾਏ ਹੈ। ਲਾਹੌਰ ਵਾਲਿਆਂ ਤੇ ਕਸੂਰ ਵਾਲੇ ਧਾਵਾ ਬੋਲਦੇ ਹੈ। ਜਦੋਂ ਤਾਕਤ ਆਉਂਦੀ ਹੈ ਤੇ ਕਸੂਰ ਵਾਲੇ ਲਾਹੌਰ ਤੇ ਧਾਵਾ ਬੋਲਦੇ ਹੈ। ਐਸਾ ਹੋਇਆ, ਕਸੂਰ ਵਾਲਿਆਂ ਕੋਲ ਤਾਕਤ ਆਈ, ਉਹਨਾਂ ਨੇ ਧਾਵਾ ਬੋਲਿਆ ਤੇ ਲਾਹੌਰ ਤੇ ਆਪਣਾ ਰਾਜ ਕਾਇਮ ਕਰ ਲਿਆ। ਤੇ ਲਾਹੌਰ ਵਾਲਾ ਕਾਲ ਰਾਏ ਭੱਜਾ, ਅਮਰਕੋਟ ਜਾ ਵਸਿਆ। ਉਥੇ ਰਾਜੇ ਦੀ ਲੜਕੀ ਨਾਲ ਉਹਨੇ ਵਿਆਹ ਕਰਵਾ ਲਿਆ। ਉਹਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਇਆ ਉਹਦਾ ਨਾਂ ਰੱਖਿਆ ਸੋਢੀ ਰਾਏ। ਸੋਢੀ ਰਾਏ ਬਲਵਾਨ ਹੋਇਆ, ਉਹਨੇ ਧਾਵਾ ਬੋਲਿਆ ਤੇ ਲਾਹੌਰ ਦੀ ਧਰਤੀ ਤੇ ਆਪਣਾ ਰਾਜ ਕਾਇਮ ਕਰ ਲਿਆ। ਲੋਕ ਕਹਿਣ ਲੱਗ ਪਏ ਕਿ ਸੋਢੀ ਰਾਏ ਬੜਾ ਬਲਵਾਨ ਰਾਜਾ ਹੈ। ਥੋੜੇ ਸਮੇਂ ਬਾਅਦ ਉਹਨੇ ਕਸੂਰ ਤੇ ਧਾਵਾ ਬੋਲਿਆ,
ਕਸੂਰ ਦਾ ਰਾਜ ਵੀ ਆਪਣੇ ਅਧੀਨ ਕਰ ਲਿਆ। ਕਸੂਰ ਵਾਲੇ ਦੌੜ ਕੇ ਕਾਂਸ਼ੀ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਵੇਦਾਂ ਦਾ ਪਾਠ ਆਰੰਭ ਕਰ ਦਿੱਤਾ। ਲੋਕ ਉਹਨਾਂ ਨੂੰ ਬੇਦੀ ਕਹਿਣ ਲੱਗ ਪਏ। ਇੱਧਰ ਸੋਢੀ ਰਾਏ, ਇਹ ਇੰਨਾ ਬਲਵਾਨ ਸੀ, ਇਹਦੀਆਂ ਵਾਰਾਂ ਗਈਆਂ ਗਈਆਂ। ਇਹਦਾ ਜਿਹੜਾ ਗਾੜੀ ਪੁੱਤਰ ਸੀ, ਲੋਕ ਉਹਨੂੰ ਸੋਢੀ ਕਹਿਣ ਲੱਗ ਪਏ। ਜਿਵੇਂ ਆਪਾਂ ਦੇਖਦੇ ਹੀ ਹਾਂ ਅੱਜ ਪਰਿਵਾਰ ਵਿੱਚ ਮੈਂਬਰ ਇੱਕੋ ਹੀ ਹੁੰਦਾ ਤੇ ਸਾਰਾ ਪਰਿਵਾਰ ਹੀ ਕਿਉਂਕਿ ਆਪਾਂ ਦੇਖਦੇ ਨੰਬਰਦਾਰ ਇੱਕ ਹੈ ਤੇ ਸਾਰਾ ਪਰਿਵਾਰ ਹੀ ਨੰਬਰਦਾਰਾਂ ਦਾ। ਸਰਪੰਚ ਇਕੱਲਾ ਹੀ ਹੁੰਦਾ ਹੈ, ਸਾਰੇ ਪਰਿਵਾਰ ਨੂੰ ਲੋਕ ਸਰਪੰਚਾਂ ਦਾ ਪਰਿਵਾਰ ਕਹੀ ਜਾਂਦੇ ਆ। ਭਲਵਾਨ ਇੱਕ ਹੈ, ਸਾਰਾ ਪਰਿਵਾਰ ਹੀ ਭਲਵਾਨਾਂ ਦਾ ਵੱਜਦਾ ਹੈ। ਪਰ ਸੋਢੀ ਰਾਏ ਇੰਨਾ ਬਲਵਾਨ ਹੋਣ ਕਰਕੇ ਉਹਦੀ ਅੰਸ ਨੂੰ ਲੋਕ ਸੋਢੀ ਕਹਿਣ ਲੱਗ ਪਏ। ਰਾਜਾ ਸੋਢੀ, ਉਹਨਾਂ ਨੇ ਰਾਜ ਭਾਗ ਕਾਇਮ ਕਰ ਲਿਆ। ਉਸ ਤੋਂ ਬਾਅਦ ਪਰਿਵਾਰ ਵੱਧ ਗਿਆ, ਰਾਜ ਭਾਗ ਘਟ ਗਿਆ। ਕੇਵਲ 20 ਪਿੰਡ ਉਹਨਾਂ ਦੇ ਕੋਲ ਰਹਿ ਗਏ। 20 ਸਗਾਬ ਤਿੰਨਕੇ ਰਹਿ ਗਏ, ਕੇਵਲ 20 ਪਿੰਡਾਂ ਦੇ ਮਾਲਕ ਹੀ ਰਹਿ ਗਏ। ਪਰਿਵਾਰ ਹੋਰ ਵਧਿਆ ਤੇ ਕੇਵਲ ਜਾਇਦਾਦ ਘਟ ਗਈ। ਉਸੇ ਪਰਿਵਾਰ ਵਿੱਚ ਬਾਬਾ ਹਰਦਾਸ ਜੀ ਪੈਦਾ ਹੋਏ। ਬਾਬਾ ਹਰਦਾਸ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਰੱਖਿਆ ਰਾਮਦਾਸ। ਨਾਂ ਰਾਮਦਾਸ ਹੈ, ਪਰ ਵੱਡਾ ਪੁੱਤਰ ਹੋਣ ਕਰਕੇ ਲੋਕ, ਕਿਉਂਕਿ ਜ਼ਿਆਦਾਤਰ ਜੇਠਾ ਨਾਮ ਹੀ ਉਹਨਾਂ ਦਾ ਪ੍ਰਸਿੱਧ ਹੋਇਆ। ਪਿੱਛੇ ਆਪਾਂ ਜਾਣਦੇ ਹਾਂ ਕਿ ਵੱਡੇ ਪੁੱਤਰ ਨੂੰ ਕਿਹਾ ਜਾਂਦਾ ਸੀ ਜੇਠਾ ਪੁੱਤਰ। ਜੇਠ ਦਾ ਅਰਥ ਹੁੰਦਾ ਜੇ ਵੱਡਾ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿੱਚ ਸਾਹਿਬ ਕਹਿੰਦੇ ਹਰ ਜੇਠ ਜੜੰਦਾ ਲੋੜੀਏ। ਜੇਠ ਦਾ ਅਰਥ ਹੈ ਵੱਡਾ। ਗੁਰਬਾਣੀ ਵਿੱਚ ਸੁਣੋ ਜਠਾਣੀ, ਸੁਣੋ ਦਰਾਣੀ, ਅਚਰਜ ਏਕ ਭਇਓ। ਜਿਵੇਂ ਦੇਖਿਆ ਜਾਏ ਜੇਠ, ਜੇਠ ਦਾ ਅਰਥ ਹੁੰਦਾ ਜੇ ਵੱਡਾ। ਅੱਜ ਭਾਵੇਂ ਸਾਡਾ ਜ਼ਿਆਦਾਤਰ ਪੱਛਮੀ ਦੇਸ਼ਾਂ ਦਾ ਸਾਡੇ ਤੇ ਪ੍ਰਭਾਵ ਪਿਆ, ਇਹ ਰਿਸ਼ਤੇ ਖਾਧੇ ਗਏ। ਇੱਕ ਅੰਕਲ ਰਿਸ਼ਤਾ ਐਸਾ ਆਇਆ ਜਿਹਨੇ ਸਾਰੇ ਹੀ ਖਾ ਲਏ। ਮਾਮਾ ਵੀ ਖਾ ਲਿਆ, ਚਾਚਾ ਵੀ ਖਾ ਲਿਆ, ਤਾਇਆ ਵੀ ਖਾ ਲਿਆ, ਕਿਉਂਕਿ ਫੁੱਫੜ ਤੱਕ ਖਾਧੇ ਗਏ। ਸਾਰੇ ਰਿਸ਼ਤੇਦਾਰੀਆਂ ਖਾ ਲੀਆਂ, ਕੇਵਲ ਅੰਕਲ ਸ਼ਬਦ ਨੇ। ਫਿਰ ਆ ਗਿਆ ਆਂਟੀ, ਆਂਟੀ ਨੇ ਸਾਰਾ ਕੁਝ ਹੀ ਖਾ ਲਿਆ। ਮਾਮੀਆਂ ਖਾ ਲੀਆਂ, ਮਾਸੀਆਂ ਖਾ ਲੀਆਂ, ਭੂਆ ਖਾ ਲੀਆਂ। ਕਿਉਂਕਿ ਅੱਜ ਦੇਖਿਆ ਜਾਵੇ ਗੁਰਬਾਣੀ ਵਿੱਚ ਸਾਹਿਬਾਂ ਨੇ ਇਸ ਗੱਲ ਨੂੰ ਬੜੀ ਤਰਜੀਹ ਦਿੱਤੀ ਜੇ, ਮਾਮੇ ਤੇ ਮਾਮਾਣੀਆਂ। ਗੁਰਬਾਣੀ ਦਾ ਸ਼ਬਦ ਹੈ ਨਾ ਭੈਣਾਂ ਭਰਜਾਈਆਂ। ਗੱਲ ਭੈਣਾਂ ਭਰਜਾਈਆਂ, ਮਾਮੇ ਮਾਮੀਆਂ, ਮਾਸੀਆਂ, ਮਾਸੜ ਸਾਰੇ ਗੁਰਬਾਣੀ ਵਿੱਚ ਦਰਜ ਹੈ। ਪਰ ਅੱਜ ਅਸੀਂ ਆਪਣੀ ਪੰਜਾਬੀ ਭਾਸ਼ਾ, ਗੁਰਮੁਖੀ ਭਾਸ਼ਾ ਨੂੰ ਆਪ ਆਪਣੇ ਘਰਾਂ ਤੋਂ ਬਾਹਰ ਕੱਢ ਦਿੱਤਾ। ਕਿਤੇ ਸਮਾਂ ਸੀ ਸਾਡੇ ਬਜ਼ੁਰਗਾਂ ਨੇ ਕਿਹਾ ਪੰਜਾਬੀ ਬੋਲਦੇ ਇਲਾਕੇ ਸਾਨੂੰ ਚਾਹੀਦੇ ਹੈ। ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ 'ਚ ਗਏ, ਗੋਲੀਆਂ ਖਾਧੀਆਂ। ਪਰ ਅੱਜ ਸਮਾਂ ਆਇਆ ਪੰਜਾਬੀਆਂ ਨੇ ਖੁਦ ਹੀ ਪੰਜਾਬੀ ਆਪਣੇ ਘਰਾਂ ਤੋਂ ਬਾਹਰ ਕੱਢ ਦਿੱਤੀ। ਅੱਜ ਲੜਕੇ ਦਾ ਵਿਆਹ ਹੋਵੇ, ਅੰਗਰੇਜ਼ੀ ਵਿੱਚ ਕਾਰਡ ਛਾਪੇ ਜਾਂਦੇ ਹੈ ਤੇ ਜਿਨ੍ਹਾਂ ਨੇ ਛਪਾਏ ਪਤਾ ਨੂੰ ਉਹਨਾਂ ਨੂੰ ਵੀ ਨਹੀਂ ਲਿਖਿਆ ਕੀ ਹੈ। ਉਹ ਗੁਆਂਢੀਆਂ ਨੂੰ ਪੁੱਛਦੇ ਫਿਰਦੇ ਆ ਵੇਖਿਓ ਲਿਖਿਆ ਕੀ ਹੈ। ਕਮਾਲ ਦੀ ਗੱਲ ਹੈ। ਭਾਸ਼ਾਵਾਂ ਸਾਰੀਆਂ ਪੜ੍ਹੋ, ਪਰ ਪੰਜਾਬੀ ਨੂੰ ਗੁਰੂ ਨਾਨਕ ਪਾਤਸ਼ਾਹ, ਬੜੀਆਂ ਭਾਸ਼ਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਵਰਤੀਆਂ, ਪਰ ਗੁਰਮੁਖੀ ਨੂੰ ਸਤਿਗੁਰੂ ਨੇ ਤਰਜੀਹ ਦੇ ਕੇ ਤੇ ਗੁਰਬਾਣੀ ਦੀ ਦਾਤ ਸਾਡੀ ਝੋਲੀ 'ਚ ਪਾਈ ਜੇ। ਅੱਜ ਸਾਡੇ ਬੱਚੇ ਪੰਜਾਬੀ ਨਾਲੋਂ ਟੁੱਟ ਗਏ ਜੇ। ਆ ਜਿਹੜਾ ਬੱਚਾ ਅੰਗਰੇਜ਼ੀ ਸਕੂਲਾਂ 'ਚ ਪੜ੍ਹਦਾ ਉਹਨੂੰ ਪੁੱਛੋ ਕਿ ਪੰਜਾਬੀ ਵਿੱਚ 100 ਆਉਂਦਾ ਹੈ, ਉਹ ਕਹੇਗਾ ਨਹੀਂ ਮੈਨੂੰ ਨਹੀਂ ਪਤਾ। ਉਹ 59 ਕਿੰਨੇ ਆ, 69 ਕਿੰਨੇ ਆ, 79 ਕਿੰਨੇ ਆ। ਅੱਜ ਸਾਡੇ ਘਰਾਂ ਵਿੱਚੋਂ ਆਪ ਅਸੀਂ ਧੱਕੇ ਮਾਰ ਮਾਰ ਕੇ ਪੰਜਾਬੀ ਨੂੰ ਘਰੋਂ ਬਾਹਰ ਕੱਢ ਦਿੱਤਾ। ਗੁਰੂ ਕੋ ਸਿੱਖੋ। ਜਿਹੜੀ ਕੌਮ ਆਪਣੀ ਭਾਸ਼ਾ, ਆਪਣੀ ਬੋਲੀ ਨਾਲੋਂ ਟੁੱਟ ਜਾਵੇ, ਉਹ ਕਦੀ ਕੌਮ ਤਰੱਕੀ ਨਹੀਂ ਜੇ ਕਰ ਸਕਦੀ। ਸਾਨੂੰ ਤੋੜਿਆ ਜਾ ਰਿਹਾ। ਪਰ ਵੱਡਾ ਹੋਣ ਕਰਕੇ ਨਾਂ ਜੇਠਾ ਪ੍ਰਸਿੱਧ ਹੈ, ਪਰ ਰੱਬ ਦਾ ਭਾਣਾ। ਸਮਾਂ ਲੰਘਿਆ, ਅਜੇ 2.5 ਸਾਲ ਦੀ ਉਮਰ ਨਹੀਂ ਹੋਈ ਜੇਠੇ ਦੀ, ਮਾਤਾ ਅਕਾਲ ਚਲਾਣਾ ਕਰ ਗਈ। ਹੁਣ ਮਾਤਾ ਤੋਂ ਬਗੈਰ ਬੱਚੇ ਦੀ ਪਾਲਣਾ ਕੀਤੀ ਜਾ ਸਕਦੀ? ਪਿਤਾ ਭਾਵੇਂ ਕਮਾਈ ਕਿੰਨੀ ਵੀ ਕਰੇ, ਪਰ ਜਿਹੜੇ ਢੰਗ ਨਾਲ ਮਾਂ ਬੱਚੇ ਦੀ ਪਾਲਣਾ ਕਰ ਸਕਦੀ, ਪਿਤਾ ਉਸ ਢੰਗ ਨਾਲ ਨਹੀਂ ਕਰ ਸਕਦਾ। ਮਾਂ ਕਦੀ ਕਾਹਲ ਨਹੀਂ ਆਏਗੀ। ਬੱਚਾ ਮਲ ਮੂਤਰ ਕਰਦੇ, ਮਾਂ ਫੇਰ ਵੀ ਘਿਰਣਾ ਨਹੀਂ ਕਰਦੀ। ਬੱਚਾ ਛੋਟਾ ਹੈ, ਮਾਂ ਨਵਾਉਂਦੀ ਵੀ ਹੈ,
मां खवाउंदी भी है, मूँह विच बुरकियां पाउंदी है, पिता बुरकियां पाउंदा है। बच्चा अपने पैरों नाल चल नहीं सकता, मां बाप चुक के अगे पिछे लैके जाते हैं। पर मां की एक सदर हुंदी है कि अज मेरा बच्चा कमजोर है, मैं ये मूँह विच बुरकियां पावांगी, तो जिदन मैं कमजोर होगी बच्चा मेरे मूँह विच बुरकियां पाएगा। ऐसा है कि मां बाप बजुर्ग हो जाए तो पुत गोदी च रख के सिर मां के मूँह पिता के मूँह च बुरकियां पावे, ऐसा हो नहीं जे सकता, बहुत घट जे। कई बार देखियो पुत्र बीमार हो जाए तो मां बाप कहते सारा धन सारा कुछ वार देवांगे, असी अपने पुत नूं बचाउणा है, इलाज कराउणा है, भावें घर भी साडा ना रहे। पर जे किते मां बाप बजुर्ग होके मंजे ते बीमार होके पै जाण ते कदी पुत ने गल कही है कि मैं सारा धन उत्ते ला देवांगा। वो तो उस वेले कहंदे गुरुद्वारे दे भाई नूं सदो ते सुखमनी साहब दा पाठ दे लागे कराओ, क्योंकि किसी तरह मंजा वेला हो जाए। पुत्र डॉक्टरां ने कह दिता होवे कि इन्हें बचना नहीं, तो मां नूं कहो इलाज ना करा, कहंदी नहीं सारा कुछ वार देवांगी। पर पुत्र विच भी ऐसा है, ये विचारन वाली गल है। क्योंकि अज का विषय ज़्यादातर देखियो बजुर्गों नाल चंगा वरताव नहीं जे कीता जा रहा, बहुत घट है। पर ऐसा समा माता चढ़ाई कर गई, बाबा हरदास जी ने दोवें जिम्मेवारियां निभाइयां, पिता वालियां भी ते मां वालियां भी। समा अपनी चाले चलिया, 7 साल की अजे उम्र नहीं हुई तो पिता बाबा हरदास जी भी अकाल चलाना कर गए। अज जेठा यतीम हो गया, ना मां रही ना बाप रहा, तो लोग की कहणगे, कहणगे जेठा वो जे जिन्हें अपना मां बाप भी खा लिया जे। यही है ना, साडे समाज विच अचानक कोई भाना वापर जाए तो आपां की कह दिंदे हैं, ये बच्चा मां बाप ते भारू पै गया। हुण जेठा लोकां दी मनौत सी वहीमा भरमा विच, इस बच्चे नाल खेडियो ना, क्योंकि ये आया इहदा मां बाप भी नहीं रहा, हुण माड़े नाल खेडदा भी कौन है। पर नानी मां बासर के नगर गुरु अमरदास पातशाह का नगर है, नानी मां दे मन विच आया समा सदा एको जिहा नहीं रहिंदा, मैं अपने दोते का पता लैके आवां, क्योंकि सदा समा एको जिहा नहीं। अज उहदे ते मुश्किल बन गई है, साडा फर्ज बनदा उहदी बांह फड़ीए। नानी मां, नानी का रिश्ता ही ऐसा प्यार वाला, कुछ देना ही देना, कुछ लैना नहीं। ਆਪਾਂ देखते हैं नाने नानिया के जायदाद गहने करके कहते दोते का पहला विआह करना ही पैना, क्यों कि पहला उन्होंने धी विआही है तो सजा उन्होंने भुगतनी पैनी है। क्योंकि दोती का विआह इतों तक जाती लड़की विआही जाए, जाद्या सस सहुरा मर जे ना तो भी उंगल जां गुट वढना ही पैंदा, खट्टा करना ही पैंदा है। आप देखते ही हैं पहला क्योंकि विआह करना ही पैंदा है, मामा ही खारे तो उठाएगा, लड़के दे पैर काम ही नहीं करते, क्योंकि मामा उदा थोड़ा चुकेगा, कुछ ना कुछ गुट जां हाथों का खट्टा करना ही पैना है। आप देखते समाज है इत्थे दे मोड़वी मकान तक नहीं खड़ा छड्डिया जांदा। आप देखते लोहड़ी आ गई तो तां सारा कुछ देना पैंदा है, घर विच बच्चा पैदा हो जाए तां भी कहंदे नानके की लैके आए, नानकिआं नूं सजा लग गई जे। लागी भी अड्डियां चुक चुक वेंदे है कि कदों कपड़े आउणगे असीं वो लैके जावांगे, ये सारा कुछ नानकिआं नूं ही सजा लग गई। कमाल दी गल है। हुण नानी ने कुछ देना है, लैना नहीं। नानी मां नूं तरस आया, लाहौर मिलन गई, जेठा कल्ला बाजार विच तुरिया फिरदा है, नानी मां नूं तक्किया, दौड़ के आया, नानी मां ने घुट के गल नाल ला लिया ते बड़े प्यार नाल पुछया, पुत्र जेठे सवेर दा कुछ खादा? कह लगा नानी मां तो बगैर आवाजा मार के खाना कौन दिंदा है? मां ही है ना। बच्चा थोड़ा जा लेट हो जाए खाने तो मां आवाजा मारदी, पुत्र सवेर दा खादा कुछ नहीं, खा लै। नानी मां कदी मां तो बगैर भी कोई आवाजा मार के खाना दिंदा, किसी ने आवाज दिती नहीं, मैं खाना किवें खा लैंदा? पुत्र कपड़े धोते नहीं, नानी मां मैं आप धो नहीं सकता, अज वर्गा युग नहीं सी, लोग कलरां दे नाल कपड़े धोया करदे सी, नानी मां किसी ने धो के दिते नहीं, मैं किवें धो लैंदा? पुत्र इशनान किया, नानी मां मैं पानी का प्रबंध किवें करदा? किसी ने प्रबंध करके नहीं दिता, उदों खूहियां दा पानी लोग वरतदे सी, नानी मां मैं किवें इशनान कर लैंदा? नानी मां ने घुट के लाया सीने नाल, शाम का टाइम परिवार बैठा है, चाचे ताए बैठे हैं, कह दिता सदा समा
ਇੱਕੋ ਜਿਹਾ ਨਹੀਂ ਰਹਿੰਦਾ। ਇਹ ਤੁਹਾਡਾ ਖੂਨ ਹੈ, ਇਹ ਤੁਹਾਡਾ ਹੀ ਬੱਚਾ ਹੈ। ਰਲ ਮਿਲ ਕੇ ਇਹਦੀ ਪਾਲਣਾ ਕਰੀਏ। ਨਾਨੀ ਮਾਂ ਨੇ ਪਿਆਰ ਨਾਲ ਗੱਲ ਕਹੀ, ਕਹਿਣ ਲੱਗੇ ਸਮੇਂ ਸਿਰ ਇਹਨੂੰ ਰੋਟੀ ਤੇ ਕੱਪੜਾ ਤੇ ਇਹਦਾ ਇਸ਼ਨਾਨ ਕਰਾਇਆ ਕਰੋ। ਸਾਡਾ ਸਮਾਜ ਕੀ ਹੈ? ਗੱਲ ਕੋਈ ਮਾੜੀ ਨਹੀਂ ਕਹੀ। ਨਾਨੀ ਮਾਂ ਨੇ ਪਿਆਰ ਵਿੱਚ ਗੱਲ ਕਹੀ ਕਿ ਤੁਹਾਡਾ ਹੀ ਖੂਨ ਹੈ, ਤੁਹਾਡਾ ਹੀ ਬੱਚਾ ਹੈ, ਇਹਨੂੰ ਸਮੇਂ ਸਿਰ ਰੋਟੀ ਦਿਓ। ਤੇ ਸਾਡਾ ਸਮਾਜ ਕਿਦਾਂ ਦਾ ਹੈ? ਅੱਜ ਕਿਸੇ ਨੂੰ ਕਹੋ ਕਿ ਮਾਂ-ਬਾਪ ਦੀ ਸੇਵਾ ਕਰੋ, ਸਿਆਣਾ ਤੇ ਬੱਚਾ ਕਹੇਗਾ ਕਿ ਮੈਂ ਮਾਂ-ਬਾਪ ਦੀ ਸੇਵਾ ਕਰਦਾ, ਅੱਗੇ ਤੋਂ ਹੋਰ ਜ਼ਿਆਦਾ ਕਰਾਂਗਾ। ਤੇ ਜੇ ਪੁੱਠੇ ਦਿਮਾਗ ਵਾਲਾ ਉਹਨੂੰ ਕਹੋ ਮਾਂ-ਬਾਪ ਦੀ ਸੇਵਾ ਕਰਿਆ ਕਰ, ਉਹ ਕਹਿੰਦਾ ਜੇ ਤੈਨੂੰ ਲੱਗਦਾ ਮੈਂ ਨਹੀਂ ਕਰਦਾ ਤੇ ਆਪਣੇ ਘਰ ਲੈ ਜਾ। ਇਹੀ ਹੈ ਨਾ ਸਾਡਾ ਸਮਾਜ। ਕਿਸੇ ਨੌਜਵਾਨ ਨੂੰ ਬਾਪੂ ਕਵੇ ਕਾਕਾ ਨਸ਼ਾ ਨਹੀਂ ਕਰੀਦਾ, ਕਹਿੰਦਾ ਬੁੜਿਆ ਤੇਰੇ ਘਰੋਂ ਕਰਦਾ, ਲਿਆ ਕੇ ਦਿੰਦਾ, ਚੁੱਪ ਕਰ ਜਾ, ਧੱਕਾ ਮਾਰਿਆ ਤੈਨੂੰ ਗੰਢ ਨਹੀਂ ਪੈਣਾ। ਇਹੀ ਹੈ ਨਾ ਸਾਡਾ ਸਮਾਜ। ਨਾਨੀ ਮਾਂ ਨੇ ਗੱਲ ਇੰਨੀ ਕਹੀ ਕਿ ਇਹਦੀ ਰਲ ਮਿਲ ਕੇ ਸੇਵਾ ਕਰੀਏ। ਤੇ ਅੱਗੋਂ ਤਾਏ ਚਾਚੇ ਦੇ ਬੋਲੇ ਨਹੀਂ, ਤਾਈਆਂ ਦਾ ਜਵਾਬ ਕੀ ਸੀ? ਕਹਿਣ ਲੱਗੇ ਅਸੀਂ ਬਗਾਨਾ ਬੱਚਾ ਨਹੀਂ ਸਾਂਭ ਸਕਦੇ, ਸਾਡੇ ਕੋਲ ਆਪਣੇ ਨਹੀਂ ਸਾਂਭੇ ਜਾਂਦੇ, ਉਲਟਾ ਤੁਸੀਂ ਕਹਿ ਰਹੇ ਨੂੰ ਰੋਟੀ ਨਹੀਂ ਦਿੰਦੇ। ਜੇ ਜ਼ਿਆਦਾ ਤੁਹਾਨੂੰ ਤਰਸ ਆਉਂਦਾ ਤੇ ਆਪਣੇ ਨਾਲ ਹੀ ਲੈ ਜਾਓ। ਗੱਲ ਹੀ ਹੈ ਨਾ। ਜਦੋਂ ਇੰਨੀ ਗੱਲ ਕਿ ਨਾਨੀ ਮਾਂ ਕਹਿਣ ਲੱਗੀ ਮੈਂ ਲੈ ਜਾਵਾਂਗੀ, ਬੱਚਾ ਪਾਲਣਾ ਕਿਹੜੀ ਵੱਡੀ ਗੱਲ ਹੈ, ਪਰ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ? ਕਹਿ ਲਗੇ ਸਾਨੂੰ ਕਾਹਦਾ ਇਤਰਾਜ਼, ਤੁਹਾਡਾ ਵੀ ਦੋਹਤਾ ਹੈ, ਤੁਸੀਂ ਲੈ ਜਾਓ। ਅੱਜ ਨਾਨੀ ਮਾਂ ਜੇਠੇ ਨੂੰ ਲੈ ਕੇ ਤੁਰਨ ਲੱਗੀ, ਜਦੋਂ ਘਰ ਨੂੰ ਜਿੰਦਾ ਮਾਰਨ ਲੱਗੇ ਤੇ ਕਈ ਲੋਕ ਸੋਚਦੇ ਆ ਕਿ ਅੱਜ ਜੇਠੇ ਦੇ ਘਰ ਨੂੰ ਜਿੰਦਾ ਵੱਜ ਗਿਆ ਜੇ, ਪਤਾ ਨਹੀਂ ਦੁਬਾਰਾ ਖੁੱਲੇਗਾ ਕਿ ਨਹੀਂ ਖੁੱਲੇਗਾ। ਪਰ ਕੌਣ ਜਾਣੇ ਕਿ ਜੇਠੇ ਦਾ ਘਰ ਏਡਾ ਵੱਡਾ ਹੋਏਗਾ ਜਿੱਥੇ ਕਦੀ ਜਿੰਦਾ ਵੱਜੇਗਾ ਹੀ ਨਹੀਂ। ਦਰਬਾਰ ਸਾਹਿਬ ਦੇ ਵਿੱਚ ਕਦੀ ਜਿੰਦਾ ਨਹੀਂ ਜੇ ਲੱਗਦਾ, ਦਰਵਾਜ਼ੇ ਜਿੰਨੇ ਅੰਦਰੋਂ ਕੁੰਡੀਆਂ ਲੱਗਦੀਆਂ। ਜੇਠੇ ਦਾ ਦੇ ਘਰ ਹੀ ਏਡਾ ਹੋਏਗਾ। ਕੋਈ ਕਹਿੰਦਾ ਪਤਾ ਨਹੀਂ ਵਿਆਹਿਆ ਜਾਏਗਾ, ਨਹੀਂ ਵਿਆਹਿਆ ਜਾਏਗਾ। ਮਾਂ ਬਾਪ ਤੋਂ ਬਗੈਰ ਬੱਚੇ ਕਿੱਥੇ ਵਿਆਹੇ ਜਾਂਦੇ ਆ, ਪਰ ਕੌਣ ਦੱਸੇ ਇਹ ਕੋਈ ਬੱਚਾ ਮਾਮੂਲੀ ਨਹੀਂ। ਜਿੰਨਾ ਚਿਰ ਇਹਦੀਆਂ 4 ਲਾਵਾਂ ਦਾ ਪਾਠ ਲੋਕ ਨਹੀਂ ਪੜਾਉਣਗੇ, ਉਹਨਾਂ ਵਿੱਚ ਗ੍ਰਸਥ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਇਹ ਕੋਈ ਮਾਮੂਲੀ ਥੋੜਾ ਹੈ। ਪਰ ਅੱਜ ਨਾਨੀ ਮਾਂ ਆਪਣੇ ਪਿੰਡ ਵਿੱਚ ਲੈ ਕੇ ਆਈ, ਬੜੇ ਪਿਆਰ ਨਾਲ ਸਾਰਾ ਪਰਿਵਾਰ ਇਕੱਠਾ ਕੀਤਾ, ਪੁੱਤਰ ਬੈਠੇ ਐ, ਨੌਵਾਂ ਬੈਠੀਆਂ। ਕਹਿਣ ਲੱਗੀ ਕਿ ਜ਼ਿਆਦਾ ਸਮਾਂ ਨਹੀਂ ਲੱਗੇਗਾ, ਕਿਉਂਕਿ ਅੱਜ ਜੇਠੇ ਤੇ ਬਿਪਤਾ ਬਣੀ ਹੈ, ਆਪਾਂ ਰਲ ਮਿਲ ਕੇ ਇਹਦਾ ਟਾਈਮ ਕੱਢ ਦਈਏ। ਕਹਿਣ ਲੱਗੇ ਲਿਆਂਦਾ, ਕਹਿਣ ਲੱਗੀ ਲਿਆਂਦਾ ਇਸ ਕਰਕੇ ਹੈ, ਇਹਨੂੰ ਸਮੇਂ ਸਿਰ ਰੋਟੀ ਨਹੀਂ ਸੀ ਦਿੱਤੀ ਜਾਂਦੀ, ਕੱਪੜੇ ਨਹੀਂ ਸੀ ਬਦਲੇ ਜਾਂਦੇ। ਅਜੇ ਮਾਮੇ ਤੇ ਬੋਲੇ ਨਹੀਂ, ਮਾਮੀਆਂ ਦਾ ਉੱਤਰ ਕੀ ਸੀ? ਸਾਹਿਬ ਕਹਿੰਦੇ ਜੋਰੂ ਦਾ ਆਖਿਆ ਪੁਰਖ ਕਮਾਉਂਦੇ। ਸਾਰੇ ਨਹੀਂ, ਜਿਹੜੇ ਮਨਮੁਖ ਬੰਦੇ ਉਹ ਔਰਤ ਦੇ ਕਹਿਣ ਤੇ ਹੀ ਚੱਲਦੇ ਆ। ਆਪਾਂ ਦੇਖਿਆ ਨਾ, ਉਹ ਤੇ ਵਿਆਹ ਜਾਵੇ ਤੇ ਘਰ ਵਾਲੀ ਆ ਜੇ ਜੜਾ ਜ਼ੋਰ ਵਾਲੀ, ਉਹ ਕਹਿੰਦੀ ਮਾਂ ਬਾਪ ਨੂੰ ਬੁਲਾਈ ਨਾ, ਜੁਰਤ ਕੀ ਅੱਖ ਭਰ ਕੇ ਵੀ ਵੇਖ ਜੇ। ਭਰਾਵਾਂ ਨਾਲ ਬੋਲੀ ਨਾ, ਜੁਰਤ ਹੀ ਕੋਈ ਨਹੀਂ, ਭਰਾਵਾਂ ਨਾਲ ਬੋਲ ਜਾਵੇ। ਨਨਾਨਾ ਕੋ ਜਾਣਾ ਨਹੀਂ, ਕਦੀ ਪੈਰ ਵੀ ਨਹੀਂ ਧਰੇਗਾ ਉਹਨਾਂ ਦੇ ਘਰ ਵਿੱਚ। ਜੋਰੂ ਦਾ ਆਖਿਆ ਪੁਰਖ ਕਮਾਉਂਦੇ। ਜੇ ਸਿਆਣਾ ਹੋਵੇ ਤੇ ਕਹੇ ਤੂੰ ਆਪਣੇ ਛੱਡ ਦੇ, ਮੈਂ ਆਪਣੇ ਛੱਡਦਾ। ਪਰ ਸਾਡੇ ਸਮਾਜ ਵਿੱਚ ਕੁਝ ਕਿਤੇ ਰਿਸ਼ਤੇ ਮਰਦ ਪ੍ਰਧਾਨ ਹੈ, ਕਿਤੇ ਔਰਤਾਂ ਵੀ ਪ੍ਰਧਾਨ ਹੈ। ਮਰਦ ਪ੍ਰਧਾਨ ਕਿਵੇਂ? ਕਿਸੇ ਨੂੰ ਪੁੱਛੋ ਤੇਰੇ ਨਾਲ ਬੱਚਾ ਕਿਹਦਾ ਹੈ, ਉਹ ਕਹਿੰਦਾ ਮੇਰੇ ਚਾਚੇ ਦਾ ਲੜਕਾ। ਕਦੀ ਚਾਚੀ ਦਾ ਨਾਂ ਲਿਆ ਕਿਉਂਕਿ ਚਾਚੀ ਬਗਾਨੇ ਕਰਦੀ ਹੈ। ਇਹ ਮੇਰੇ ਤਾਏ ਦਾ ਲੜਕਾ, ਕਦੀ ਤਾਈ ਦਾ ਨਾਂ ਲਿਆ ਕਿਉਂਕਿ ਤਾਈ ਬਗਾਨੇ ਕਰਦੀ ਹੈ। ਇਹ ਮੇਰੇ ਮਾਮੇ ਦਾ ਲੜਕਾ, ਕਦੀ ਮਾਮੀ ਦਾ ਨਾਂ ਲਿਆ ਕਿਉਂਕਿ ਮਾਮੀ ਬਗਾਨੇ ਕਰਦੀ ਹੈ। ਹੁਣ ਆਉਂਦਾ ਔਰਤ ਪ੍ਰਧਾਨ। ਇਹ ਮੇਰੀ ਮਾਸੀ ਦਾ ਲੜਕਾ, ਕਦੀ ਮਾਸੜ ਦਾ ਨਾਂ ਲਿਆ ਕਿਉਂਕਿ ਮਾਸੜ ਬਗਾਨਾ ਹੈ। ਇਹ ਮੇਰੀ ਭੂਆ ਦਾ ਲੜਕਾ, ਕਦੀ ਫੁੱਫੜ ਦਾ ਨਾਂ ਲਿਆ ਕਿਉਂਕਿ ਫੁੱਫੜ ਬਗਾਨਾ ਹੈ। ਇਹ ਮੇਰੀ ਭੈਣ ਦਾ ਲੜਕਾ, ਕਦੀ ਭਣਵਈਏ ਦਾ ਨਾਂ ਲਿਆ ਕਿਉਂਕਿ ਭਣਵਈਆ ਬਗਾਨਾ ਹੈ। ਹੁਣ ਇੱਥੇ ਦੇਖਿਆ ਜਾਏ, ਕਈ ਵਾਰਾਂ ਕਈਆਂ ਬੀਬੀਆਂ ਦਾ ਸੁਭਾਅ ਹੁੰਦਾ, ਆਪਣਾ ਭਰਾ ਆ ਜੇ, ਬੱਚੇ ਵੀ ਰੌਲਾ ਪਾਉਂਦੇ ਸਾਡਾ ਮਾਮਾ ਆ ਗਿਆ, 2 ਦਿਨ ਜਾਣ ਨਹੀਂ ਦੇਣਾ, ਤੇ ਪਰਿਵਾਰ ਨੂੰ ਚਾਹ ਚੜ ਗਿਆ। ਤੇ ਜੇ ਕਿਤੇ ਘਰ ਵਾਲੇ ਦਾ ਮਾਮਾ ਆ ਜੇ ਤੇ ਘਰ ਵਾਲੀ ਕਈ ਨਾ ਕਹਿ ਦਿੰਦੀ ਆ ਪ੍ਰਾਹੁਣਿਆਂ ਨੇ ਮੱਤ ਮਾਰ ਦਿੱਤੀ, ਨਖੱਤਿਆਂ ਨੇ ਪਤਾ ਨਹੀਂ ਕਦੋਂ ਗਲੋਂ ਲੈਣਾ ਹੈ। ਆਪਣਾ ਆਵੇ ਤੇ ਵਧੀਆ ਲੱਗਦਾ ਹੈ, ਤੇ ਬਗਾਨਾ ਦੂਜੇ ਘਰ ਵਾਲੇ ਦਾ ਆਵੇ ਤੇ ਉਹਦੇ ਨਾਲ ਘਿਰਨਾ ਕਰਨੀ। ਕੀ ਉਹ ਔਰਤ ਸਿਆਣੀ ਇਹਨੂੰ ਜਾਣੋਗੇ? ਅਸਲੀ ਔਰਤ ਉਹ ਸਿਆਣੀ ਜਿਹੜੀ ਬਰਾਬਰੀ ਰੱਖੇ ਸਾਰਿਆਂ ਨੂੰ, ਜਿਹੜੀ ਸਾਰਿਆਂ ਨੇ ਇੱਕੋ ਜਿਹਾ ਵਰਤਾਓ ਕਰੇ। ਤੇ ਜਿਹਨੇ ਘਰ ਵਾਲੇ ਦੇ ਰਿਸ਼ਤੇਦਾਰ ਹੀ ਛਡਾ ਦਿੱਤੇ, ਕੀ ਉਹਨੂੰ ਸਿਆਣੀ ਕਵਾਂਗੇ? ਗੁਰੂ ਰਾਮਦਾਸ ਪਾਤਸ਼ਾਹ ਦੇ ਬਾਬਤ ਮਾਨੀ ਮਾਂ ਨੇ ਕਿਹਾ ਰਲ ਮਿਲ ਕੇ ਪਾਲਣਾ ਕਰੀਏ। ਅੱਗੋਂ ਮਾਮੀਆਂ ਦਾ ਉੱਤਰ ਸੁਣ ਕੇ ਮਾਮੇ ਬੋਲੇ ਤੱਕ ਨਹੀਂ। ਨਾਨੀ ਮਾਂ ਨੇ ਛਾਤੀ ਨਾਲ ਲਾ ਕੇ ਕਿਹਾ ਪੁੱਤਰਾ ਕੋਈ ਗੱਲ ਨਹੀਂ,
अपना भार आप चुक, क्योंकि कदी भी किसी ते निर्भर नहीं करीदा। नानी मां मैं करांगा की, 7 साल की उम्र अपना भार लैके चलना औखा, नानी मां करांगा की। कहण लगी पुत्र तैनू मैं रुजगार देवांगी, तू जाके रुजगार करना। नानी मां मैं इस उम्र में किवें रुजगार पैदा करांगा। कहण लगी पुत्र मैं घुंगणियां ते छोले बना के देवांगी, वेचिया करी, जिन्ने विक जाणगे उहदी रास पूंजी लैया करांगे, जिहड़े बच जाणगे खा के गुजारा कर लिया करांगे। 7 साल की उम्र, सिर दे उत्ते टोकरा आ गया, छाबा आ गया, ते जेठा वेचदा है। जे किसी ने आके हाथ तड़ के कह दिता जेठिया मैं कई दिनों तो भुखा खादा कुछ नहीं, जेठा ਉਹਦੇ बुक विच भी कुछ ना कुछ पा दिंदा। भाई गुरदास जी एवें नहीं कहते पातशाह। पातशाह कौन हुंदा है? जिहदे कोल धन ज्यादा होवे। पातशाह ਉਹ हुंदा है जिहदे मन विच पातशाही होवे। कई बंदे बाहरों भरे पै जे, अंदरों एक नंबर के भखारी जे। जे वेखने पिंडां 'च तुहानूं आ मिल गए, जिदन कणक आ जाए ना सरकारी, उदन वेखो भखारी किन्ने आउणगे। जिन्हां दे घर आटा नहीं, ਉਹ ਭਾਵੇਂ ਪਿੱਛੇ ਖਲੋਤਾ ਹੋਵੇ, ਜਿਨ੍ਹਾਂ ਦੇ ਭੜੋਲੇ ਭਰੇ, ਕਹਿੰਦੇ ਸਾਨੂੰ ਬੋਰੇ ਪਹਿਲਾਂ ਦੇ ਦਿਓ, ਅਸੀਂ ਤੇ ਰਾਤ ਨੂੰ ਆਟਾ ਖਾਣਾ ਹੀ ਇਹ ਜੇ। ਕਮਾਲ ਦੀ ਗੱਲ ਹੈ। ਅੰਦਰੋਂ ਭਰੇ ਪੈ, ਕਈ ਬਾਹਰੋਂ ਖਾਲੀ ਹੈ, ਕਈ ਬਾਹਰੋਂ ਭਰੇ ਪੈ ਤੇ ਅੰਦਰੋਂ ਇੱਕ ਨੰਬਰ ਦੇ ਭਖਾਰੀ ਹੈ। ਜੇਠਾ ਪਾਤਸ਼ਾਹ ਹੈ। ਜੇ ਕਿਸੇ ਲੋੜਵੰਦ ਨੇ ਕਿਹਾ, ਜੇਠੇ ਨੇ ਉਹਦੀ ਵੀ ਮਦਦ ਕਰ ਦਿੱਤੀ। ਸਮਾਂ ਆਪਣੀ ਚਾਲੇ ਚੱਲਿਆ। बासर के नगर तो संगत चली है गोंदवाल साहब, उत्थे बौली की सेवा चल रही है। कह लगा नानी मां मेरा भी दिल करता है मैं जाके सेवा करके आवां। कह लगी पुत्र काम चंगा है। कुछ इतिहासकार लिखते नानी मां भी नाल ही चलेगी। उत्थे जाके भी उन्होंने कोई कारोबार किया, यह घुंगणियां वेचण का। पर अज सतगुरु की नज़र पई है। याद रखियो गुरु नानक के दर विच बड़ी वडियाई है। जिदन गुरु की नज़र विच आ जावे भखारी भी पातशाह बन जाता जी। अज टोकरा सुट के वापस जेठा परतिया ते गुरु पातशाह बैठे है नाल, उन्हां दे महल माता मनशा देवी जी बैठे है। गुरु अमरदास पातशाह नूं कहण लगे भानी जवान हो गई, कोई वर लभीए। साहब कहण लगे कि मनशा देवी वर किदां दा होना चाहिए। कह लगे सामने जिहड़ा नौजवान टोकरा लैके आ रहा भानी दा वर ओहदे वर्गा होना चाहिए। अज गुरु की नज़र पै गई है। जिनको नदर कर्म तिनकार, नानक नदरी नदर निहाल। लोयो होयो लाल, नदर सतगुर जद धारे। लख खुशियां पातशाहियां जे सतगुर नदर करे। महादिवस मूर्त भले जिसको नदर करे। अज गुरु की नज़र विच आ गया जेठा। गुरु ने नज़र मारी है, दौड़ के आया, जो इशारा किया हाथ जोड़ के खलो गया। गरीब नवाज सतगुरु आपका की हुक्म है? कह लगे पुत्र तेरा नाम की है? कहते ना तो रामदास रखिया, पर छोटा नाम मेरा जेठा करके प्रसिद्ध है। कह लगे पुत्र जेठे असी अपनी भानी का नाता तेरे नाल जोड़ना चाहते, प्रवान है? ते माता मनशा देवी जी कोल बैठे बोले पति देव मैं ये नहीं कहा कि ਇਹਦੇ ਨਾਲ ਭਾਨੀ ਦਾ ਵਿਆਹ ਕਰਨਾ, मैं कहा भानी ਦਾ वर ਇਹਦੇ वर्गा होना चाहिए। साहब हस के कह लगे मनशा देवी ਇਹਦੇ वर्गा ते रब ने ਇਹਨੂੰ ही बनाया और दूजा पैदा ही नहीं किया। ये गल याद रखियो। अज साइंस विज्ञान का युग है। हज़ारां पत्ते दरख्त नूं लगे है, एक पत्ता दूजे पत्ते नाल मेल नहीं जे खांदा। जेड़े पत्ते झड़ जाते हैं उदां दे पत्ते दोबारा दरख्त नूं नहीं लगदे। हज़ारां फल लगे है, एक फल दूजे फल नाल मेल नहीं खाता। कोई छोटा होएगा, कोई वड्डा होएगा, कोई खट्टा होएगा, कोई बकबका होएगा। दरख्त इको ही है, हज़ारां फल, एक फल दूजे फल नाल मेल नहीं खा रहा। मनुख सारे वेखण नूं इक्को जिहे है, पर रब ने सारे इक्को जिहे नहीं बनाए। जे इक्को जिहे बनाए हुंदे ते अपराध किसी ने करना, डांगा किसी नूं वजणियां सी। आ की साडा अंगूठा है, करोड़ां बंदियां दे अंगूठे चैक करके वेखे, एक बंदे दा अंगूठा दूजे बंदे नाल मेल नहीं जे खांदा। कमाल दी गल। हुण ते तुहाडे आधार कार्ड बने, अखां दे निशान, हत्थां दे निशान, पैरां दे निशान, एक बंदे दे दूजे बंदे नाल मेल नहीं जे खांदे। मेरे करते एक खेल रचाया, कोई ना किसी जिहा अपाया। एक तरू फिरे प्रशन्ना, कोई ना किसी जिहा, एक वर्गा दूजा उन्हें पैदा ही नहीं किया। मनशा देवी ये वर्गा रब ने इनू बनाया। कह लगी कि मैं क्या कि धी विआहनी है, आपां धी घरों कढ़नी नहीं, क्योंकि यदी जायदाद की है। साहब हस के कहणगे मनशा देवी लड़का जोग होवे
ਤੇ ਜਾਇਦਾਦਾਂ ਬਣਦਿਆਂ ਦੇਰੀਆਂ ਨਹੀਂ ਲੱਗਦੀਆਂ, ਤੇ ਲੜਕਾ ਨਲਾਇਕ ਹੋਵੇ ਤੇ ਜਾਇਦਾਦਾਂ ਬਰਬਾਦ ਹੁੰਦਿਆਂ ਵੀ ਦੇਰੀਆਂ ਨਹੀਂ ਲੱਗਦੀਆਂ। ਮਨਸ਼ਾ ਦੇਵੀ, ਇਹਦੀ ਜਾਇਦਾਦ ਦੁਨੀਆ ਵਿੱਚ ਕਿਸੇ ਕੋ ਵੀ ਨਹੀਂ ਹੋਏਗੀ ਜਿਹੜੀ ਜਾਇਦਾਦ ਦਾ ਮਾਲਕ ਇਹ ਹੋਏਗਾ। ਅੱਜ ਵੀ ਮੈਂ ਥੋੜਾ ਜਿਹਾ ਹਵਾਲਾ ਦੇ ਲਾਂ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੈਦਰਾਬਾਦੀ ਨਜਾਗੜਾ ਸੂਬੇ ਹੈਦਰਾਬਾਦ ਵਾਲਾ ਜਿਹੜਾ ਸੀ ਰਾਜਾ, ਉਹਦੀ ਪ੍ਰਜਾ ਨੇ ਬਗਾਵਤ ਕਰਤੀ। ਨਿਜ਼ਾਮੂ ਜਿਹੜਾ ਸੀ ਉਥੋਂ ਦਾ ਨਿਜ਼ਾਮਦੀਨ ਜਿਹੜਾ, ਉਹਦੀ ਪ੍ਰਜਾ ਨੇ ਉਸ ਵੇਲੇ ਬਗਾਵਤ ਕਰਤੀ। ਉਹਦੇ ਵਜ਼ੀਰ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਨੂੰ, ਕਿਉਂਕਿ ਕਹੋ ਕਿ ਫੌਜ ਦੇਵੇ, 1000 ਫੌਜੀ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਤੇ ਸ਼ਾਂਤੀ ਆ ਗਈ। ਹੈਦਰਾਬਾਦ ਵਾਲੇ ਰਾਜੇ ਨੇ ਕਿਹਾ ਕਿ ਕੋਈ ਸ਼ੁਕਰਾਨਾ ਭੇਜੀਏ, ਕੋਈ ਨਜ਼ਰਾਨਾ ਭੇਜੀਏ, ਤੇ ਨਜ਼ਰਾਨਾ ਭੇਜਿਆ ਚਾਨਣੀ। ਚਾਨਣੀ ਭੇਜੀ ਤੇ ਚਾਨਣੀ ਬੜੀ ਕੀਮਤੀ ਸੀ। ਉਹ ਚਾਨਣੀ ਭੇਜੀ ਗਈ ਜਿਹਦੇ ਵਿੱਚ ਲਾਲ ਲੱਗੇ ਆ, ਜਿਹਦੇ ਵਿੱਚ ਪੰਨੇ ਲੱਗੇ ਆ, ਜਿਹੜੀ ਕਿਉਂਕਿ ਸੋਨੇ ਦੇ ਨਾਲ ਉਹ ਤਾਰਾਂ ਦੇ ਕੱਢੀ ਚਾਨਣੀ ਬੜੀ ਕੀਮਤੀ ਭੇਜੀ ਤੇ ਮਹਾਰਾਜੇ ਕੋਲ ਆ ਗਈ। ਮਹਾਰਾਜੇ ਨੇ ਰਾਜ ਦਰਬਾਰ ਕੀਤਾ, ਸਾਰੇ ਰਾਜੇ ਸੱਦੇ ਤੇ ਰਾਜ ਦਰਬਾਰੀਆਂ ਨੇ ਕੀ ਕੀਤਾ, ਮਹਾਰਾਜੇ ਦੇ ਆਸਣ ਤੇ ਉਹ ਚਾਨਣੀ ਲਾਤੀ। ਮਹਾਰਾਜਾ ਕਹਿਣ ਲੱਗਾ, ਜਦੋਂ ਆਏ ਵੇਖਿਆ, ਕਹਿਣ ਲੱਗੇ ਚਾਂਦਨੀ ਕਿੰਨੇ ਲਾਈ ਹੈ? ਕਹਿਣ ਲੱਗੇ ਮਹਾਰਾਜਾ ਅਸੀਂ। ਕਹਿਣ ਲੱਗਾ ਚਾਂਦਨੀ ਉਤਾਰ ਦਿਓ। ਕਹਿਣ ਲੱਗੇ ਕਿਉਂ? ਕਹਿਣ ਲੱਗਾ ਮੇਰੇ ਵਰਗੇ ਨਤੀਜ ਬੰਦੇ ਤੇ ਇਦਾਂ ਦੀ ਚਾਂਦਨੀ, ਕਿਉਂਕਿ ਮੈਂ ਇਹਦੇ ਲਾਇਕ ਨਹੀਂ। ਮਹਾਰਾਜਾ ਤੂੰ ਰਾਜਾ ਹੈ, ਇਹ ਚਾਂਦਨੀ ਕਿਉਂਕਿ ਤੁਹਾਡੇ ਉੱਤੇ ਸ਼ੋਭਾ ਦਿੰਦੀ ਹੈ, ਤੁਹਾਡੇ ਤੋਂ ਵੱਡਾ ਕੌਣ ਹੈ? ਮਹਾਰਾਜਾ ਕਹਿਣ ਲੱਗਾ ਮੇਰੇ ਤੋਂ ਵੱਡਾ ਧੰਨ ਗੁਰੂ ਰਾਮਦਾਸ। ਇਹ ਚਾਂਦਨੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਭੇਟ ਕਰ ਦਿਓ। ਮਹਾਰਾਜਾ ਉੱਥੇ ਜਿਹੜਾ ਵੀ ਚੰਦੋਆ ਸਾਹਿਬ ਲੱਗਦਾ ਹੈ ਪਹਿਲਾਂ ਮਿਣਤੀ ਹੁੰਦੀ ਹੈ। ਕਹਿਣ ਲੱਗਾ ਮੈਂ ਤੁਹਾਨੂੰ ਕਹਿ ਦਿੱਤਾ ਚਾਂਦਨੀ ਉਤਾਰ ਦਿਓ, ਫਿੱਟ ਆਵੇ ਨਾ ਆਵੇ ਉਹ ਗੁਰੂ ਰਾਮਦਾਸ ਪਾਤਸ਼ਾਹ ਜਾਣੇ। ਚਾਂਦਨੀ ਦਰਬਾਰ ਸਾਹਿਬ ਵਿੱਚ ਆ ਕੇ ਲਾਈ, ਏਦਾਂ ਆਈ ਜਿਵੇਂ ਪਹਿਲਾਂ ਹੀ ਕਿਸੇ ਨੇ ਮਿਣ ਕੇ ਬਣਾਈ ਹੋਵੇ। 1911 ਤੱਕ ਉਹ ਚਾਂਦਨੀ ਦਰਬਾਰ ਸਾਹਿਬ ਦੇ ਉੱਪਰ ਲੱਗਦੀ ਰਹੀ। ਉਸ ਤੋਂ ਬਾਅਦ ਕਿੰਗ ਆਫ ਜਾਰਜ ਆਇਆ ਤੇ ਮਹੰਤਾਂ ਨੇ ਚਾਂਦਨੀ ਉਸ ਬੰਦੇ ਦੇ ਉੱਤੇ ਲਾ ਦਿੱਤੀ। ਸਿੱਖ ਜਗਤ ਨੇ ਕਿਹਾ ਜਿਹੜੀ ਚੀਜ਼ ਕਿਸੇ ਬੰਦੇ ਦੇ ਉੱਤੇ ਲੱਗ ਜਾਵੇ ਉਹ ਗੁਰੂ ਦਰਬਾਰ ਵਿੱਚ ਨਹੀਂ ਲਾਈ ਜਾ ਸਕਦੀ, ਉਹਨੂੰ ਤੋਸ਼ੇਖਾਨੇ ਵਿੱਚ ਰੱਖਿਆ ਗਿਆ। ਉਹ ਤੁਸੀਂ ਆਮ 84 ਤੋਂ ਪਹਿਲਾਂ ਉਹ ਚਾਂਦਨੀ ਲਾਲ ਭਾ ਮਾਰਦੀ ਹੈ, ਆਮ ਫੋਟੋਆਂ ਵੇਖੀਆਂ ਹੋਣਗੀਆਂ। ਉਹ ਚਾਂਦਨੀ ਬੜੀ ਕੀਮਤੀ ਚਾਂਦਨੀ ਦਰਬਾਰ ਸਾਹਿਬ ਭੇਟ ਹੋਈ, ਪਰ ਜਦੋਂ 1984 ਵਿੱਚ ਅਟੈਕ ਹੋਇਆ ਉਹ ਚਾਂਦਨੀ ਸੜ ਕੇ ਰਾਖ ਹੋ ਗਈ। ਦੁਬਾਰਾ ਸੰਗਤਾਂ ਉਹਦੇ ਦਰਸ਼ਨ ਨਹੀਂ ਕਰ ਸਕੀਆਂ। ਬਣਾਈ ਜ਼ਰੂਰ ਹੈ ਪਰ ਉਹਦੇ ਵਰਗੀ ਨਹੀਂ। ਹੁਣ ਵਿਚਾਰ ਕਰਿਓ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਤੇ ਕਹਿਣ ਲੱਗੇ ਮਹਾਰਾਜਾ 9 ਲੱਖ ਰੁਪਏ ਦਾ ਹਾਰ ਤੇ ਸਿਹਰਾ ਤਿਆਰ ਕਰ ਦਿੱਤਾ ਸੋਨੇ ਦਾ, ਜਿਹੜਾ ਤੁਹਾਡੇ ਲਾਲ ਦੇ ਉੱਤੇ ਬੰਨਣਾ ਹੈ। ਤੇ ਮਹਾਰਾਜਾ ਨੇ ਵੇਖ ਕੇ ਕਹਿ ਦਿੱਤਾ ਸੀ ਇਹ ਮੇਰਾ ਪੁੱਤਰਾ ਇਹਦੇ ਲਾਇਕ ਨਹੀਂ। ਕਹਿਣ ਲੱਗੇ ਮਹਾਰਾਜਾ ਕਿੱਥੇ ਬੰਨੀਏ? ਕਹਿਣ ਲੱਗੇ ਇਹ ਦਰਬਾਰ ਸਾਹਿਬ ਦੇ ਵਿੱਚ ਹੀ ਸ਼ੋਭਾ ਪਾ ਸਕਦਾ। ਅੱਜ ਜਦੋਂ ਜਲਾਓ ਸਜਦਾ ਨਾ ਤੇ ਉਹ ਜਿਹੜਾ ਸਿਹਰਾ ਹੈ ਤੇ ਹਾਰ ਹੈ 9 ਲੱਖ, ਉਸ ਵੇਲੇ ਉਹਦੀ ਕੀਮਤ ਸੀ। ਅੱਜ ਕਿੰਨੀ ਕੀਮਤ ਹੋਵੇ ਅੰਦਾਜ਼ਾ ਲਾ ਲਓ। 63 ਲੱਖ ਰੁਪਏ ਤੋਂ ਵੱਧ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਉੱਤੇ ਲਾ ਦਿੱਤਾ। ਇੱਕ ਕਵੀ ਹਿੰਦੁਸਤਾਨ ਦਾ ਭਰਮਣ ਕਰਨ ਆਇਆ, ਮੈਂ ਅਰਜ਼ ਕਰ ਰਿਹਾ ਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਕਿੱਡਾ ਮਹਾਨ ਬਣ ਗਿਆ ਜਿਹਨੂੰ ਕੋਈ ਨਹੀਂ ਸੀ ਜਾਣਦਾ। ਗੁਰੂ ਨਾਨਕ ਪਾਤਸ਼ਾਹ ਦੇ ਦਰ ਨਾਲ ਜੁੜਿਆ, ਸਾਹਿਬ ਕਹਿੰਦੇ ਮਹਾਨ ਬਣ ਗਿਆ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕੋ ਮੈਂ ਰੁੜਦਾ ਫਿਰਦਾ ਸਾਂ, ਮੇਰੀ ਬਾਹ ਫੜਨ ਵਾਲਾ ਕੋਈ ਨਹੀਂ, ਪਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਨਾਲ ਜੁੜ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਤੇ ਰਹਿਮਤ ਕਰ ਦਿੱਤੀ। ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਂ ਬਿਦ ਤੁਮ ਹਰ ਜਾਨੋ ਆਪੇ, ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੂਕੈ ਸਭ ਸੋਗ ਸੰਤਾਪੇ। ਉਹ ਗੁਰੂ ਨਾਨਕ ਪਾਤਸ਼ਾਹ ਦਾ ਦਰ, ਗੁਰੂ ਰਾਮਦਾਸ ਪਾਤਸ਼ਾਹ ਦਾ ਘਰ, ਜਿੱਥੇ ਬੜੇ ਬੜੇ ਮਹਾਨ ਬੰਦੇ ਵੀ ਆ ਕੇ ਕਹਿਣ ਲੱਗੇ ਇਦਾਂ ਦਾ ਦਰ ਕੋਈ ਨਹੀਂ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ ਪੰਡਿਤ ਜਵਾਹਰ ਲਾਲ ਨਹਿਰੂ, ਦਰਬਾਰ ਸਾਹਿਬ ਆਇਆ, ਦਰਸ਼ਨ ਕੀਤੇ। ਹਿੰਦੂ ਵੀਰ ਕਹਿਣ ਲੱਗੇ ਤੁਹਾਨੂੰ ਦਰਗਿਆਣਾ ਮੰਦਿਰ ਖੜਨਾ, ਉਹ ਵੀ ਦਰਬਾਰ ਸਾਹਿਬ ਵਰਗਾ ਬਣਾਇਆ। ਉਹਨੇ ਜਦੋਂ ਖੜਿਆ ਉਹਨੇ ਜਾ ਕੇ ਦੇਖਿਆ, ਕਹਿਣ ਲੱਗੇ ਕੀ ਵੇਖਿਆ? ਉਦਾਂ ਦਾ ਹੀ ਬਣਿਆ ਨਾ ਮੰਦਿਰ।
ਕਹਿਣ ਲੱਗਾ ਨਕਲ ਤੇ ਨਕਲੀ ਹੁੰਦੀ ਹੈ। ਦਰਬਾਰ ਸਾਹਿਬ ਵਰਗੀਆਂ ਹਜ਼ਾਰਾਂ ਇਮਾਰਤਾਂ ਬਣ ਜਾਣ, ਪਰ ਜਿਹੜੀ ਰੂਹਾਨੀਅਤ ਦਰਬਾਰ ਸਾਹਿਬ ਦੇ ਵਿੱਚ, ਉਹ ਕਿੱਥੋਂ ਲੈ ਕੇ ਆਓਗੇ? ਹਿੰਦੁਸਤਾਨ ਦਾ ਰਾਸ਼ਟਰਪਤੀ ਅਬਦੁਲ ਕਲਾਮ ਦਰਬਾਰ ਸਾਹਿਬ ਆਇਆ 15 ਮਿੰਟ ਵਾਸਤੇ। ਕਹਿੰਦਾ ਮੈਂ ਕਦੀ, ਕਿਉਂਕਿ ਹੁਣ ਮੱਝ ਹੋਵੇ ਸੱਜਰ ਤੇ ਘਰ ਵਾਲੀ ਕਹਿੰਦੀ ਜਾਂ ਸ਼ੇਖ ਫਤਿਹ ਖੀਰ ਚੜਾਇਆ, ਕਹਿੰਦਾ ਆਪਾਂ ਨਹੀਂ ਜਾਣਾ, ਪੰਜਾਂ ਪਿਆਰਿਆਂ ਨੇ ਰੋਕਿਆ ਤੇ ਮੱਝ ਨੇ ਮਾੜੀ ਜਿਹੀ ਲੱਤ ਬਾਲਟੀ ਨੂੰ ਲਾਤੀ, ਕਹਿੰਦੀ ਨਖੱਤਿਆ ਤੈਨੂੰ ਪਤਾ ਲੱਗ ਜੂ ਜਦੋਂ ਲੱਤ ਬਾਂਹ ਤੋੜ ਦਿੱਤੀ ਉੱਥੇ ਤੇ ਤੈਨੂੰ ਜਾਣਾ ਹੀ ਪੈਣਾ। ਅਗਲਾ ਸਹੀ ਹੈ ਜੇ ਡਿੱਗੀ ਚੁੱਕ ਕੇ ਤੋਰੀ ਪੈਂਦਾ, ਕਿਉਂਕਿ ਗਾਤਰਾ ਭਾਵੇਂ ਥੱਲਿਓਂ ਦੀ ਕਰਨਾ ਪਵੇ। ਕਹਿੰਦੇ ਘਰ ਵਾਲੀ ਨੇ ਕਿਹਾ ਹੁਣ ਗੱਲ ਤੇ ਮੰਨਣੀ ਪੈਣੀ। ਪਰ ਗੁਰਬਾਬਾ ਕੀ ਕਹਿ ਰਿਹਾ? ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਿੱਖਾ ਜੇ ਦੁੱਖ ਮਟਾਉਣਾ ਹੈ ਨਾ ਤੇ ਗੁਰੂ ਕੋ ਆ ਕੇ ਕਹਿ, ਸਤਿਗੁਰੂ ਝੋਲੀ ਅੱਡ ਕੇ ਕਹਿ ਮੇਰੇ ਦੁੱਖ ਕਿਵੇਂ ਕੱਟੇ ਜਾਣਗੇ। ਸਾਹਿਬ ਕਹਿੰਦੇ ਜੇ ਕੋ ਆਪਣਾ ਦੁੱਖ ਮਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ। ਕਾਰਜ ਕਿੱਦਾਂ ਰਾਸ ਹੋਣਗੇ? ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕਹਿ ਕਾਰਜ ਰਾਸ। ਹੁਣ ਇੰਨੀ ਗੱਲ ਕਹਿ ਸਕਦੇ ਸਤਿਗੁਰੂ ਅਸੀਂ ਰੁਮਾਲਾ ਵਧੀਆ ਦਵਾਂਗੇ, ਮੱਥਾ ਜ਼ਰੂਰ ਟੇਕਾਂਗੇ, ਪਰ ਜੇ ਕਹੋ ਮਨ, ਜੇ ਮਨ ਤੁਹਾਨੂੰ ਦੇ ਦਿੱਤਾ ਤੇ ਵਿਆਹ ਦੇ ਵਿੱਚ ਪੇਟੀਆਂ ਸ਼ਰਾਬ ਦੀਆਂ ਕੌਣ ਲਿਆਏਗਾ? ਜੇ ਮਨ ਤੁਹਾਨੂੰ ਵੇਚ ਦਿੱਤਾ ਤੇ ਪੈਲਸਾਂ ਵਿੱਚ ਪੱਗਾਂ ਕੌਣ ਲਵਾਏਗਾ? ਜੁੱਤੀਆਂ ਕੌਣ ਗਵਾਏਗਾ? ਕਿਉਂਕਿ ਉੱਥੇ ਰਕਸ਼ੇ ਦੇ ਲੱਦ ਲੱਦ ਕੇ ਲਿਆਉਣੇ ਪੈਂਦੇ, ਆਪਾਂ ਦੇਖਦੇ ਹੀ ਆ ਨਾ। ਸਾਹਿਬਾਂ ਦਾ ਪਾਵਨ ਬਚਨ ਹੈ, ਮਨ ਵੇਚੇਗਾ ਤੇ ਕਾਰਜ ਤਾਂ ਰਾਸ ਹੈ। ਜੇ ਮਨ ਨਹੀਂ ਵੇਚਿਆ ਕੋਈ ਵੀ ਕਾਰਜ ਰਾਸ ਨਹੀਂ ਆਏਗਾ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕਹਿ ਕਾਰਜ ਰਾਸ। ਦੁਨੀਆ ਦੇ ਲੋਕੋ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਇਹ ਬਰਕਤ ਹੈ ਕਿ ਭਾਈ ਜੇਠਾ ਯਤੀਮ ਸੀ, ਮਾਮੀਆਂ ਨੇ ਕਹਿ ਦਿੱਤਾ, ਚਾਚੀਆਂ ਤਾਈਆਂ ਕਹਿ ਦਿੱਤਾ ਕਿ ਸਾਡੇ ਘਰ ਵਿੱਚ ਇਹਦੇ ਵਾਸਤੇ ਰੋਟੀ ਨਹੀਂ। ਹੁਣ ਕੌਣ ਦੱਸੇ ਕਿ ਇਹਦੇ ਦਰ ਤੇ ਲੱਖਾਂ ਲੋਕ ਆਪਣਾ ਢਿੱਡ ਭਰ ਕੇ ਜਾਣਗੇ, ਪਰ ਤੋਟ ਨਹੀਂ ਆਏਗੀ। ਬਾਕੀ ਸਾਰੀਆਂ ਸਰਕਾਰਾਂ ਨੇ ਕਰੋਨੇ 'ਚ ਹੱਥ ਖੜੇ ਕਰ ਦਿੱਤੇ ਹੈ, ਪਰ ਗੁਰੂ ਦਾ ਦਰ ਤੇ ਐਸਾ ਦਿੱਤੇ 24 ਘੰਟੇ ਲੰਗਰ ਚੱਲਦੇ ਹੀ ਰਹੇ। ਜਿੰਨਾ ਚਿਰ ਤੱਕ ਦੁਨੀਆ ਰਹਿ ਗਈ, ਪਾਤਸ਼ਾਹ ਦੁਨੀਆ ਦੇ ਬਦਲਦੇ ਰਹਿਣਗੇ, ਪਰ ਜਿੰਨਾ ਚਿਰ ਤੱਕ ਦੁਨੀਆ ਰਹਿ ਗਈ ਗੁਰੂ ਰਾਮਦਾਸ ਪਾਤਸ਼ਾਹ ਹੀ ਰਹਿਣਗੇ, ਕਿਉਂਕਿ ਉਹਨਾਂ ਨੂੰ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ। ਉਹ ਪਾਤਸ਼ਾਹ ਹੀ ਰਹਿਣਗੇ। ਮਹਿਮਾ ਵੱਧਦੀ ਹੈ, ਮਹਿਮਾ ਘਟਦੀ ਨਹੀਂ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ, ਕਹਾਵੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਧੰਨਵਾਦ। ਆਪ ਜੀਆਂ ਨੇ ਸਾਡੇ ਤੋਂ ਪਹਿਲਾਂ ਭਾਈ ਤਰਲੋਚਨ ਸਿੰਘ ਜੀ ਸਤਿਕਾਰ ਕਮੇਟੀ ਵਾਲੇ, ਉਹਨਾਂ ਵੀ ਆਪ ਜੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਬਾਰੇ, ਕਿਉਂਕਿ ਸਿੱਖ ਨੂੰ ਵੱਧ ਤੋਂ ਵੱਧ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਚਾਹੀਦਾ ਹੈ। ਤੇ ਸਾਡੇ ਤੋਂ ਬਾਅਦ ਬੀਬੀ ਦਲੇਰ ਕੌਰ ਜੀ ਖਾਲਸਾ, ਜਿਨ੍ਹਾਂ ਦਾ ਢਾਡੀ ਜਥਾ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਉਹਨਾਂ ਪਾਉਣੀ ਹੈ। ਬੜੇ ਪਿਆਰ ਨਾਲ ਸੱਜ ਕੇ ਉਹਨਾਂ ਕੋਲ ਗੁਰੂ ਇਤਿਹਾਸ ਸਰਵਣ ਕਰੋ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਟੇਜ ਸੈਕਟਰੀ ਬਾਬਾ ਬੇਅੰਤ ਸਿੰਘ ਜੀ, ਜਿਨ੍ਹਾਂ ਨੇ ਦਾਸ ਨੂੰ ਹੁਕਮ ਕੀਤਾ, ਸੰਗਤਾਂ ਨੇ ਮਿਲ ਕੇ ਹੁਕਮ ਲਾਇਆ, ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਾਏ, ਉਹਨਾਂ ਦਾ ਵੀ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਬਾਬਾ ਅਵਤਾਰ ਸਿੰਘ ਜੀ ਕਿਸੇ ਕਾਰਨ ਕਰਕੇ ਨਹੀਂ ਆ ਸਕੇ। ਉਹਨਾਂ ਵੱਲੋਂ ਭੇਜੇ ਗਏ ਭਾਈ ਸਾਹਿਬ ਗੁਰਵਿੰਦਰ ਸਿੰਘ ਜੀ ਸਿਰਫ 2-4 ਮਿੰਟ ਵਾਸਤੇ ਬਾਬਾ ਜੀ ਦੀ ਫਤਿਹ ਨਾਲ ਸਾਂਝ ਪਾਉਣਗੇ, ਤੇ ਆਓ ਉਹਨਾਂ ਕੋਲੋਂ ਬਾਬਾ ਜੀ ਦੀ ਫਤਿਹ ਨਾਲ ਸਾਂਝ ਪਾਉਂਦੇ ਹੋਏ 2 ਮਿੰਟ ਵਾਸਤੇ ਸਮਾਂ ਬਤੀਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।